हो जे तू छड्डिया ना तीर किवें लगूगा टकाने। किन्ने पलटे ने तख्ते कई बदले घराने। हो जे तू छड्डिया ना तीर किवें लगूगा टकाने। किन्ने पलटे ने तख्ते कई बदले घराने। जदों तक खून च नहीं वजदा ओ बाला उदों तक नहीं मुकद्दर ते लेख जगदे। हो देख खुलियां अखां दे नाल सुपने इत्थे सुत्तियां दे सिरां ते नहीं तां सजदे। खुलियां अखां दे नाल सुपने इत्थे सुत्तियां दे सिरां ते नहीं ताज सजदे। छेती नी ज़मीर ओदी डोलदी जिहदा तिन डंग रोटियां ना सरदा। औकड़ां तां आउणियां ते जाणियां जिंदगी डराउंदी जेड़ा डरदा। छेती नी ज़मीर ओदी डोलदी जिहदा तिन डंग रोटियां ना सरदा। औकड़ां तां आउणियां ते जाणियां जिंदगी डराउंदी जेड़ा डरदा। शेरा बन के पहाड़ उच्चा डट जा इत्थे एवें लोकी फिरदे ने विच वजदे। हो देख खुलियां अखां दे नाल सुपने इत्थे सुत्तियां दे सिरां ते नहीं तां सजदे। खुलियां अखां दे नाल सुपने इत्थे सुत्तियां दे सिरां ते नहीं ताज सजदे। ਬੱਦਲਾਂ ਨੇ ਕਿਰਨਾਂ ਨੂੰ ਘੇਰਨਾ ਸੂਰਜ ਦੇ ਸਾਹਮਣੇ ਵਜੂਦ ਨਾ। ਚੁੱਪ ਕਰਕੇ ਸ਼ਿਕਾਰ ਸ਼ੇਰ ਭਾਂਪਦਾ ਪਹਿਲਾਂ ਰੌਲਾ ਪਾ ਕੇ ਪੱਟਦਾ ਖਰੂਦ ਨਾ। ਬੱਦਲਾਂ ਨੇ ਕਿਰਨਾਂ ਨੂੰ ਘੇਰਨਾ ਸੂਰਜ ਦੇ ਸਾਹਮਣੇ ਵਜੂਦ ਨਾ। ਚੁੱਪ ਕਰਕੇ ਸ਼ਿਕਾਰ ਸ਼ੇਰ ਭਾਂਪਦਾ ਐਵੇਂ ਰੌਲਾ ਪਾ ਕੇ ਪੱਟਦਾ ਖਰੂਦ ਨਾ। ਯਾਰੀ ਲਾਲੇ ਬਾਜ ਯਾਰ ਦੀ ਨਹੀਂ ਪੁੱਗਦੀ ਇੱਥੇ ਵੈਰੀ ਵੀ ਬਣਾਉਣੇ ਤਾਂ ਬਣਾਈ ਜੱਜਦੇ। ਹੋ ਦੇਖ ਖੁੱਲੀਆਂ ਅੱਖਾਂ ਦੇ ਨਾਲ ਸੁਪਨੇ ਇੱਥੇ ਸੁੱਤਿਆਂ ਦੇ ਸਿਰਾਂ ਤੇ ਨਹੀਂ ਤਾਰ ਸਜਦੇ। ਖੁੱਲੀਆਂ ਅੱਖਾਂ ਦੇ ਨਾਲ ਸੁਪਨੇ ਇੱਥੇ ਸੁੱਤਿਆਂ ਦੇ ਸਿਰਾਂ ਤੇ ਨਹੀਂ ਤਾਜ ਸਜਦੇ। रुड़ने तो तुरना भी सिख जाऊं मैं सिख जाऊंगा तुरने तो भजना। जिदी सागरां तो प्यास नहीं हो बुझदी ओने किथे चार घुट्टां नाल रजना। रुड़ने तो तुरना भी सिख जाऊं मैं सिख जाऊंगा तुरने तो भजना। जिदी सागरां तो प्यास नहीं हो बुझदी ओने किथे चार घुट्टां नाल रजना। साफ वर्दी नूं हुंदियां सलामां ने इत्थे तारियां नूं वेख नी सलूट वजदे। हो देख खुलियां अखां दे नाल सुपने इत्थे सुत्तियां दे सिरां ते नहीं तां सजदे। खुलियां अखां दे नाल सुपने इत्थे सुत्तियां दे सिरां ते नहीं ताज सजदे। जल्दी से जल्दी आशा करेंगे कि ठीक हो जाए। ਵੱਖ-ਵੱਖ ਜਿਹੜੇ ਸਾਡੇ ਕੋਲ ਹੁੰਦੇ ਪਏ ਨੇ ਉਹਨਾਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦਾ ਹਾਂ। ਵੈਲਕਮ ਆ ਜੀ ਸਾਰਿਆਂ ਨੂੰ, ਜੀ ਆਇਆਂ ਨੂੰ। ਸਭ ਤੋਂ ਪਹਿਲਾਂ ਮੈਂ ਦਿਲਾਵਰ ਜੀ ਨੂੰ ਚਾਹਾਂਗਾ ਕਿ ਉਹ 2 ਮਿੰਟ ਤੁਹਾਡੇ ਸਮੁੱਖ ਕੁਝ ਆਪਣੇ ਵਿਚਾਰ ਪੇਸ਼ ਕਰਨ। ਸਾਡੇ ਗੈਸਟ ਸਾਹਿਬਾਨ ਡਾਕਟਰ ਜਗਜੀਤ ਸਿੰਘ ਜੀ, ਡਾਕਟਰ ਡੋਚੀ ਜੀ, ਸੰਦੀਪ ਸੈਮੀ ਮੈਮ ਜੀ, ਐਡਵੋਕੇਟ ਰਾਜ ਕੁਮਾਰ ਜੀ, ਰਜੇਸ਼ ਜੀ, ਆਟੋ ਯੂਨੀਅਨ ਪ੍ਰਧਾਨ ਅਨਿਲ ਕੁਮਾਰ ਜੀ, ਕੈਬ ਯੂਨੀਅਨ ਪ੍ਰਧਾਨ ਵਿਕਰਮ ਕੁੰਦੀਰ ਜੀ, NGCU ਕੈਬ ਯੂਨੀਅਨ ਦੇ ਪ੍ਰਧਾਨ, ਆਜ਼ਾਦ ਟੈਕਸੀ ਸਟੈਂਡ ਯੂਨੀਅਨ ਦੇ ਪ੍ਰਧਾਨ ਜੀ, ਸਾਡੇ ਮੀਡੀਆ ਤੋਂ ਆਏ ਹੋਏ ਸਾਥੀ ਵੀਰ ਜੀ, ਆਏ ਹੋਏ ਸਾਰੇ ਮੇਰੇ ਰਾਈਡਰ ਤੇ ਡਰਾਈਵਰ ਵੀਰ ਜੀ, ਸਾਰਿਆਂ ਨੂੰ ਮੇਰੇ ਤੇ ਸਾਡੀ ਸੰਸਥਾ ਟ੍ਰਾਈ-ਸਿਟੀ ਰਾਈਡਰ ਵੈਲਫੇਅਰ ਸੁਸਾਇਟੀ ਵੱਲੋਂ ਬਹੁਤ ਬਹੁਤ ਸਵਾਗਤ ਕਰਦਾ ਹਾਂ। ਸਾਨੂੰ ਬਹੁਤ ਖੁਸ਼ੀ ਹੈ ਕਿ ਤੁਸੀਂ ਇੱਥੇ ਪਹੁੰਚੇ ਹੋ, ਆਪਣਾ ਕੀਮਤੀ ਸਮਾਂ ਕੱਢ ਕੇ। ਅੱਜ ਦਾ ਆਪਣਾ ਟਾਈਮ ਮਕਸਦ ਸਾਡਾ ਰਾਈਡਰ ਡੇ ਜਿਹੜਾ ਅਨਾਊਂਸਮੈਂਟ ਕਰਨੀ ਹੈ, ਜਿਹੜਾ ਕਿ ਇੱਕ ਮਕਸਦ ਸੀਗਾ ਸਾਡਾ ਪ੍ਰਧਾਨ ਜੀ ਸਾਡੇ ਸਾਹਿਲ ਪ੍ਰੈਜ਼ੀਡੈਂਟ ਸਾਹਿਬ ਜੋ ਹੈ ਨੇ ਫਾਜ਼ਿਲਕਾ ਤੋਂ, ਜਿਨ੍ਹਾਂ ਨੇ ਅਨਾਊਂਸਮੈਂਟ ਅੱਜ ਕਰਨੀ ਆ। ਉਹ ਬਾਕੀ ਤੁਹਾਨੂੰ ਇਹੀ ਦੱਸਣਗੇ ਵੀ ਇਹ ਕੀ ਮੋਟੀਵੇਸ਼ਨ ਸੀ, ਕਿੱਥੋਂ ਤੁਰੇ ਆ, ਕਿੱਥੋਂ ਪਹੁੰਚੇ ਆ, ਇਹ ਸਾਰਾ ਕੁਝ ਤੁਹਾਨੂੰ ਉਹ ਦੱਸਣਗੇ। ਬਾਕੀ ਮੈਂ ਇਹ ਗੱਲ ਕਹਿਣਾ ਚਾਹੁੰਦਾ ਸਾਰਿਆਂ ਨੂੰ, ਸਾਡਾ ਕੰਪਨੀ ਨਾਲ ਕਿਸੇ ਨਾਲ ਕੋਈ ਰੌਲਾ ਨਹੀਂ ਹੈਗਾ। ਅਸੀਂ ਇੱਕ ਇਸ ਕਰਕੇ ਇਹ ਮੁੱਦੇ ਚੱਕੇ ਹੋਏ
ਕਿਸੇ ਨੂੰ ਕਿਸੇ ਟਾਈਮ 'ਤੇ ਹੈਲਪ ਨਹੀਂ ਮਿਲਦੀ ਹੈਗੀ। ਅਸੀਂ ਕਹਿ ਦਿੰਦੇ ਹਾਂ, ਪਾਲਿਸੀਆਂ ਕਹਿ ਦਿੰਦੇ ਹਾਂ, ਇੰਸ਼ੋਰੈਂਸ ਕਹਿ ਦਿੰਦੇ ਹਾਂ। ਸੋ ਅਸੀਂ ਸਾਰਿਆਂ ਨੇ ਮਿਲ ਕੇ ਸੰਘਰਸ਼ ਕਰਕੇ ਇੱਥੋਂ ਤੱਕ ਪਹੁੰਚੇ ਹਾਂ। ਗ੍ਰੇਸ਼ਨ ਹਸਪੀਟਲ ਦਾ ਬਹੁਤ ਬਹੁਤ ਥੈਂਕ ਯੂ ਸਾਨੂੰ, ਤੇ ਬਾਕੀ ਤੁਹਾਡਾ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਇੱਦਾਂ ਹੀ ਤੁਸੀਂ ਜੁੜੇ ਰਹੋ। ਐਡਵੋਕੇਟ ਰਾਜਕੁਮਾਰ ਸਰ ਜੀ ਆਪਣੇ ਜੋ ਵਿਚਾਰ ਨੇ ਤੁਹਾਡੇ ਸਾਹਮਣੇ ਪੇਸ਼ ਕਰਨਗੇ ਤੇ ਧੰਨਵਾਦ ਸਰ ਤੁਹਾਨੂੰ। ਸਾਰੇ ਸਾਥੀਆਂ ਨੂੰ ਜੀ ਆਇਆਂ ਨੂੰ। ਅਸੀਂ ਇੱਕ ਸੰਸਥਾ ਇਸ ਕਰਕੇ ਬਣਾਈ ਹੈ ਵੀ ਇੱਕ ਆਪਸ 'ਚ ਮਿਲ ਕੇ ਇੱਕ ਦੂਜੇ ਦਾ ਸਾਥ ਦਿੱਤਾ ਜਾਏ ਅਤੇ ਉਹਨਾਂ ਨੂੰ ਮੁਸੀਬਤਾਂ ਨੂੰ ਹੱਲ ਕੀਤਾ ਜਾਏ। ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੁਸੀਬਤ ਹੁੰਦੀ ਹੈ, ਸਾਹਿਲ ਜੀ ਪੂਰੀ ਕੋਸ਼ਿਸ਼ ਨਾਲ ਉਹਨੂੰ ਸਾਥ ਦਿੰਦੇ ਆ ਅਤੇ ਇਹ ਸੰਘਰਸ਼ ਕਰਦੇ ਆ। ਪਿੱਛੇ ਜੇ ਵੀ ਇਹ ਇੱਕ ਮੁੱਦੇ 'ਤੇ 7-8 ਘੰਟੇ ਥਾਣੇ ਵਿੱਚ ਬੈਠ ਕੇ ਆਏ ਆਪਣੇ ਸਾਥੀਆਂ ਵਾਸਤੇ, ਤੇ ਉਸ ਨੂੰ ਕਾਨੂੰਨ ਸਫਲ ਕੀਤਾ। ਤੇ ਕੰਪਨੀ ਨਾਲ ਕੋਈ ਲੜਾਈ ਝਗੜਾ ਨਹੀਂ, ਸਿਰਫ ਇਹ ਹੈ ਵੀ ਕੰਪਨੀ ਤੁਹਾਡੇ ਨਾਲ ਸਾਥ ਦੇ। ਤੁਸੀਂ ਤੇ ਕੰਪਨੀ ਦਾ ਇੱਕ ਤਾਲਮੇਲ ਹੈ ਜੋ ਮਿਲ ਜੁਲ ਕੇ ਕਰਨਾ ਹੈ। ਇਸ ਕਰਕੇ ਆਪਸ 'ਚ ਲੜਾਈ ਨਾ ਕਰਕੇ ਇੱਕ ਦੂਜੇ ਸਾਥ ਨਾਲ ਮਿਲਦੇ ਜੁਲ ਕੇ ਕੰਮ ਕਰਨ ਤੋਂ ਇਸ ਸੰਸਥਾ ਨੂੰ ਚਲਾਓ। ਇਹ ਵਿਚਾਰ ਹੈ। ਥੈਂਕ ਸਤਿ ਸ਼੍ਰੀ ਅਕਾਲ ਸਰ। ਤੁਹਾਡੇ ਨਾਲ ਪੇਸ਼ ਕਰਨਗੇ ਵੀ ਕਿਉਂ ਇੰਸ਼ੋਰੈਂਸ ਜ਼ਰੂਰੀ ਹੈ। ਹਾਂਜੀ ਰਿਸਪੈਕਟਡ ਰਾਈਟਰ ਸਾਥੀ, ਅਸੀਂ ਇੰਸ਼ੋਰੈਂਸ ਤੋਂ ਲੈਣ ਆਏ ਹੋਏ ਹਾਂ ਜੀ। ਇੰਸ਼ੋਰੈਂਸ ਦੀ ਇੰਪੋਰਟੈਂਸ ਦੱਸਣਾ ਚਾਹੁੰਦੇ ਹਾਂ ਕਿ ਜਿਵੇਂ ਸਾਰੇ ਰਾਈਟਰ ਤੁਹਾਨੂੰ ਪਤਾ ਹੀ ਇੰਸ਼ੋਰੈਂਸ ਬਹੁਤ ਜ਼ਰੂਰੀ ਹੈ। ਕੋਈ ਕੱਲ੍ਹ ਨੂੰ ਕੋਈ ਇਹੋ ਜਿਹੀ ਮਿਸਹੈਪਨਿੰਗ ਹੁੰਦੀ ਹੈ ਅਤੇ ਉਹਦੇ ਵਿੱਚ ਕੋਈ ਮਿਲਦਾ ਨਹੀਂ ਕੁਛ ਵੀ, ਜਾਂ ਨੇ ਸਾਡੀ ਇੰਸ਼ੋਰੈਂਸ ਨਹੀਂ ਹੈਗੀ, ਉਹਦੇ ਹੈਲਪ ਵਾਸਤੇ ਵੀ ਆਪਾਂ ਤਿਆਰ ਹੈਗੇ ਹਾਂ। ਅਤੇ ਇੱਕ ਨਾਲ ਅਸੀਂ ਤੁਹਾਨੂੰ ਐਕਸੀਡੈਂਟਲ ਔਰ ਨਾਲ ਥੋੜ੍ਹਾ ਜਿਹਾ ਉਹਦੇ ਮੈਡੀਕਲ ਵੀ ਕਵਰ ਹੈਗਾ, ਉਹਦੇ ਬਾਰੇ ਦੱਸਣਾ ਚਾਹੁੰਦੇ ਹਾਂ। ਫਾਰ ਐਗਜ਼ਾਮਪਲ ਜਿਵੇਂ ਇੱਕ ਬੰਦੇ ਦਾ ਅਸੀਂ ਨਾਲ ਐਕਸੀਡੈਂਟਲ ਦਾ ਕਰ ਦਿੱਤਾ, ਉਹਦੇ ਨਾਲ ਮੈਡੀਕਲੇਮ ਦਾ ਵੀ ਥੋੜ੍ਹਾ ਜਿਹਾ ਪਾਰਟ ਕਵਰ ਕਰਾਂਗੇ। ਕੀ ਹੁੰਦਾ ਵੀ ਜਿਵੇਂ ਕੋਈ ਡਿਊ ਟੂ ਐਕਸੀਡੈਂਟ ਕੋਈ ਹੋ ਜਾਂਦੀ ਘਟਨਾ ਅਤੇ ਹੌਸਪੀਟਲ ਜਾਂਦੇ ਆ, ਉੱਥੇ ਜੋ ਤੁਹਾਡਾ ਬੈੱਡ ਰੈਸਟ ਜਾਂ ਟਰੀਟਮੈਂਟ ਹੁੰਦੀ ਹੈ ਉਹਦਾ 50% ਤੁਹਾਨੂੰ ਜਿਹੜਾ ਹੈਗਾ ਦਿੱਤਾ ਜਾਏਗਾ। ਉਹਦਾ ਪ੍ਰੀਮੀਅਮ ਬਹੁਤ ਹੀ ਮਾਈਨਰ ਜਿਹਾ ਹੈਗਾ। ਫਾਰ ਐਗਜ਼ਾਮਪਲ ਜਿੱਦਾਂ ਤੁਸੀਂ 5 ਲੱਖ ਦਾ ਜੇ ਕਰਵਾਉਂਦੇ ਹੋ ਅਤੇ ਉਹਦੇ ਵਿੱਚ 1106 ਰੁਪਏ ਹੈਗਾ। ਜੇ 10 ਲੱਖ ਦਾ ਕਰਵਾਓਗੇ ਤਾਂ 2212 ਰੁਪਏ ਹੈਗਾ। ਨਹੀਂ ਸਾਲ ਉਹਦੇ ਵਿੱਚ 50% ਸਮ ਸ਼ੋਰ ਹੋਏਗਾ ਕਵਰ, ਲੇਕਿਨ ਜੋ ਤੁਹਾਡਾ ਬੈੱਡ ਰੈਸਟ 'ਤੇ ਜਿੰਨਾ ਖਰਚਾ ਆਉਂਦਾ ਆ ਉਹਦਾ ਅਸੀਂ 50% ਦੇਵਾਂਗੇ। ਫਾਰ ਐਗਜ਼ਾਮਪਲ ਤੁਹਾਨੂੰ 10 ਦਿਨ ਬੈੱਡ ਰੈਸਟ ਹੋ ਗਈ ਹੈ, 1 ਲੱਖ ਦਾ ਖਰਚਾ ਆ ਗਿਆ ਅਤੇ 50,000 ਰੁਪਇਆ ਤੁਹਾਨੂੰ ਨਹੀਂ 1 ਲੱਖ ਦਾ ਕਿਵੇਂ ਵੀ ਉਹ 1 ਲੱਖ ਦਾ ਜਿਵੇਂ ਹਸਪੀਟਲ ਡਿਸਚਾਰਜ ਬਾਅਦ ਉਹਨਾਂ ਨੇ 10 ਦਿਨ ਦਾ ਲਿਖ ਦਿੰਦੇ ਤਾਂ ਉਹ ਵੀ ਤੁਸੀਂ ਕਾਊਂਟ ਕਰਦੇ ਹੋ? ਨਹੀਂ ਹਸਪੀਟਲ ਵਾਲੇ ਜਿਵੇਂ 10 ਉਹਨਾਂ ਦੇ ਰੈਸਟ ਲਿਖ ਦਿੰਦੇ ਆ ਉਹ ਵੀ ਕਾਊਂਟ ਕਰਦੇ ਆ? ਉਹ ਪੇਜਸ ਦਾ ਕਵਰ ਕਰਾਂਗੇ। ਉਹ ਵੀ ਕਵਰ ਜਿਹੜਾ ਮੇਜਰ ਹੋਵੇ ਮੇਜਰ ਜਿਹੜਾ ਡਿਊ ਟੂ ਐਕਸੀਡੈਂਟ ਟ੍ਰੀਟਮੈਂਟ ਹੋਇਆ ਨਾ ਤੁਹਾਡਾ ਹਸਪੀਟਲ ਦਾ ਜਿਵੇਂ ਇਸ ਤਰ੍ਹਾਂ ਵੀ ਮੰਨ ਲਓ ਲੱਤ ਫ੍ਰੈਕਚਰ ਹੋ ਗਈ, ਲੋਡ ਪਾਈ ਹੈ, ਕੁਝ ਵੀ ਹੋ ਗਿਆ, ਉਹਨਾਂ ਨੂੰ 15-20 ਦਿਨ ਪਲਸਤਰ ਮਹੀਨਾ ਲੱਗ ਜਾਂਦਾ ਤੇ ਹਸਪੀਟਲ ਡਿਸਚਾਰਜ ਕਰ ਦਿੰਦੇ। ਜਿਹੜੇ ਉਸ ਤੋਂ ਬਾਅਦ ਰੈਸਟ ਕਰਦੇ ਉਹਦਾ ਵੀ ਕੁਝ ਬੈਨੀਫਿਟ ਉਹਦਾ ਵੇਜਸ ਵੀ ਮਿਲੇਗਾ ਅਤੇ ਜਿਹੜਾ ਤੁਹਾਡਾ ਖਰਚਾ ਹੋਇਆ ਵੇਜਿਸ ਦਾ ਕੁਝ ਰੇਟ ਹੈ? ਵੇਜਸ ਦਾ ਜੋ ਤੁਹਾਡਾ ਦੇਖੋ ਉਸ ਹਿਸਾਬ ਨਾਲ ਨਾ ਜਿੰਨਾ ਪਲਾਨ ਦੇ ਹਿਸਾਬ ਨਾਲ ਹਾਂ ਜਿੰਨੀ ਤੁਹਾਡੀ ਇਨਕਮ ਜੋ ਸ਼ੋ ਕਰਦੇ ਉਹਦੇ ਹਿਸਾਬ ਨਾਲ ਵੀ ਸਾਨੂੰ ਉਹਨੇ ਦਿਨ ਦੀ ਕਮਾਈ ਵੀ ਨਾਲ ਮਿਲੂਗੀ ਰੈਸਟ ਦੀ। ਤੇ ਦੂਸਰਾ ਇਹ ਵੀ ਹੈਗਾ ਹਾਂਜੀ ਕੋਈ ਇਹਦੇ ਵਿੱਚ ਕੋਈ ਪਾਰਟਿਕੂਲਰ ਹਸਪੀਟਲਸ ਤੁਸੀਂ ਦੋਗੇ ਜਾਂ ਕਿਤੇ ਹਸਪੀਟਲ ਕੋਈ ਵੀ ਹੋਵੇ, ਸਾਡੀ ਇਨਵੈਸਟਮੈਂਟ ਆ ਕੈਸ਼ਲੈਸ ਨਹੀਂ ਹੈਗਾ। कैशलेस से मेडिकल पॉलिसी दे हाँ जी जब पर्टिकुलर मेडिकल पॉलिसी लोगे तो उससे कैशलेस है एक्सीडेंटल ਜਿਹੜਾ ਮੈਡੀਕਲ ਐਡ ਹੈ ਉਹ ਰਿਵਰਸਮੈਂਟ ਹੈ ਉਹਦੀ ਰਿਵਰਸਮੈਂਟ ਉਹ ਲੱਗ ਗਿਆ ਜੀ ਬਾਕੀ ਦੋ ਚੀਜ਼ਾਂ ਹੋਰ ਮੈਂ ਦੱਸਦਾ ਨਾ ਹੋਰ ਫਾਰ ਐਗਜ਼ਾਮਪਲ ਤੁਸੀਂ ਜਾ ਰਹੇ ਹੋ ਕਿਤੇ ਤੇ ਕਈ ਵਾਰੀ ਕੋ ਇਦਾਂ ਦੀ ਵੀ ਘਟਨਾ ਹੋ ਜਾਂਦੀ ਵੀ ਜ਼ਿਆਦਾ ਐਕਸੀਡੈਂਟ ਤੋਂ ਕੋਈ ਇੱਕ ਆਰਗਨ ਮੇਨ ਆਰਗਨ ਡੈਮੇਜ ਹੋ ਜਾਂਦਾ ਤੇ ਜਿੰਨੇ ਦੀ ਪਾਲਿਸੀ ਹੋਗੀ 5 ਲੱਖ ਦੀ ਹੈ ਤੇ 2.5 ਲੱਖ ਉਹਦਾ ਫਿਕਸ ਮਿਲ ਜਾਏਗਾ। ਫਾਰ ਐਗਜ਼ਾਮਪਲ ਸਾਡੇ ਦੋ ਬਾਹਾਂ ਇਹ ਮੇਨ ਆਰਗਨ ਹੈਗੇ ਅੱਖਾਂ ਦੋ ਹੈਗੀਆਂ ਲੱਤਾਂ ਇਹਨਾਂ ਜੋ ਇੱਕ ਡਿਸੇਬਲ ਕਰ ਦਿੰਦਾ ਡਾਕਟਰ ਲਿਖਦਾ ਵੀ ਡਿਸੇਬਲ ਆ ਨਹੀਂ ਹੋਣਾ ਉਹਦਾ 50% ਆਫ ਦਾ ਕੰਮ ਛੋੜ ਉਸੇ ਟਾਈਮ ਹੀ ਪੇ ਕਰੇਗਾ। ਹੋਰ ਕੋਈ ਦੇ ਪੁੱਛ ਲਓ ਹੋਰ ਕੋਈ ਆਪਣਾ ਸਵਾਲ ਹੈਗਾ ਕਿਸ ਦੇ ਮਨ ਵਿੱਚ ਆਪਾਂ ਜਾਨਣਾ ਚਾਹੁੰਦੇ ਕਿ ਆਪਾਂ ਜਿਹੜੀ ਗਰੁੱਪ ਇੰਸ਼ੋਰੈਂਸ ਕਰਵਾਉਂਦੇ ਨਹੀਂ ਗਰੁੱਪ ਨਹੀਂ ਭਾਈ ਇੰਡੀਵਿਜੂਅਲ ਦੇ ਗਰੁੱਪ ਵਾਲਾ ਆਗਾ ਅੱਛਾ ਉਹ ਕਾਰਪੋਰੇਟ ਤੇ ਕੁਝ ਇਹਦੇ ਬਾਰੇ ਨੌਲੇਜ ਹੋਵੇ ਤਾਂ ਆਪਣੇ ਵੀਰਾਂ ਨੂੰ ਦੱਸ ਸਕਦੇ ਹੋ ਕਿ ਅਗਰ ਗਰੁੱਪ ਇੰਸ਼ੋਰੈਂਸ ਕੋਈ ਕਰਵਾਉਂਦਾ ਹੈ ਤੇ ਇਹਦੇ ਕੀ ਬੈਨੀਫਿਟ ਹੋ ਸਕਦੇ
ਤੁਹਾਨੂੰ ਇਸ ਚੀਜ਼ ਦੀ ਥੋੜੀ ਉਹਦੇ ਵਿੱਚ ਹਾਂ ਨਹੀਂ ਉਹ ਵੀ ਹੈਗਾ। ਉਹ ਫਿਰ ਭਾਈ ਸਾਨੂੰ ਨਾ ਇਦਾਂ ਵੀ ਥੋੜਾ ਨਹੀਂ ਮਤਲਬ ਕਿ ਜ਼ਿਆਦਾ ਗਰੁੱਪ ਚਾਹੀਦਾ 500 ਜ਼ਿਆਦਾ ਹੀ ਗਰੁੱਪ ਹੈ। ਦੇਖੋ ਆਪਾਂ ਅਗਰ ਸਾਰੇ ਮਿਲ ਕੇ ਕੁਝ ਸੋਚਦੇ ਹਾਂ ਅਗਰ ਪਲਾਨ ਕਰਦੇ ਹਾਂ 500 ਦਾ ਕਿਉਂਕਿ ਅਗਰ ਕੋਈ ਅਵੇਅਰ ਹੋਏਗਾ ਤਦੇ ਹੀ ਉਹ ਇਸ ਚੀਜ਼ ਨੂੰ ਉਹ ਤੋਂ ਜ਼ਿਆਦਾ ਹੀ ਹੋ ਜਾਣਾ ਹੈ ਜੀ 500 ਤਾਂ ਬਾਈਕਰਸ ਹੀ ਹੋ ਜਾਣੇ ਆ। ਬਹੁਤ ਜ਼ਿਆਦਾ ਜਦ ਤੱਕ ਜਦੋਂ ਕੋਈ ਚੀਜ਼ ਪਲਾਨ ਵਧੀਆ ਮਿਲੂਗਾ ਤਾਂ ਯਾਰ ਬਾਈਕ ਸਾਰੇ ਨੂੰ ਇਕੱਠਾ ਕਰਨ ਤੇ ਘੱਟੋ ਘੱਟ 8-10,000 ਉਹਦੇ ਵਿੱਚ ਫਿਰ ਜਿਹੜੀ ਹੈ ਨਾ ਮੈਡੀਕਲ ਦੀ ਪਾਲਿਸੀ ਉਹ ਲੱਖ ਤੋਂ ਫਿਰ ਤੁਹਾਨੂੰ ਲੈਣੀ ਚਾਹੀਦੀ ਇਹ ਪਾਲਿਸੀ। ਨਹੀਂ ਆਪਾਂ ਮੈਡੀਕਲ ਹੀ ਨਹੀਂ ਐਕਸੀਡੈਂਟਲ ਔਰ ਮੈਡੀਕਲ ਐਕਸੀਡੈਂਟ ਹੋ ਜਾਏਗਾ ਉਹ। ਹਾਂਜੀ ਹਾਂ ਉਹਦੇ ਵਿੱਚ ਸਾਨੂੰ ਇੱਕ ਬੰਦੇ ਦਾ ਨਾਮ ਚਾਹੀਦਾ, ਡੇਟ ਆਫ ਬਰਥ ਚਾਹੀਦਾ ਤੇ ਨੋਮੀਨੀ ਨੇਮ, ਬਸ 3 ਚੀਜ਼ਾਂ ਚਾਹੀਦੀਆਂ। ਤੇ ਅਗਰ ਤੁਹਾਨੂੰ ਇਹਦੇ ਬਾਰੇ ਕੰਸਰਨ ਹੋਵੇ ਤਾਂ ਸਾਡੇ ਪ੍ਰਧਾਨ ਨੂੰ ਫੋਨ ਕਰਕੇ ਤੁਸੀਂ ਦੱਸ ਸਕਦੇ ਹੋ। ਇਹੀ ਚੀਜ਼ ਬੁਲਾਇਆ ਵੀ ਤੁਹਾਨੂੰ ਇਹ ਚੀਜ਼ਾਂ ਦਾ ਪਤਾ ਹੋਵੇ ਵੀ ਆਪਾਂ ਕਰਾਉਣਾ ਕੀ ਹੈ ਆਪਣੇ ਜਦ ਕਰਨਾ ਹੋਏਗਾ ਤਾਂ ਬੈਠ ਕੇ ਆਪਾਂ ਕਿਉਂਕਿ ਆਪਾਂ ਅਗਰ ਇੰਡੀਵਿਜੂਅਲੀ ਇੰਸ਼ੋਰੈਂਸ ਕਰਵਾਉਂਦੇ ਜਦ ਤੱਕ ਥੋੜੀ ਜਿਹੀ ਮੈਨੂੰ ਨੌਲੇਜ ਦੇ ਬਾਰੇ ਹੈਗੀ ਆ ਤੇ ਅਗਰ ਅਸੀਂ ਇੰਡੀਵਿਜੂਅਲੀ ਕਰਾਉਂਦੇ ਉਹ ਕੋਸਟਲੀ ਪੈਂਦਾ ਔਰ ਹਰ ਕੋਈ ਆਪਾਂ ਆਪਣੇ ਪਰਿਵਾਰ ਲਈ ਸਭ ਕੁਝ ਕਰ ਸਕਦੇ ਹਾਂ। ਆਪਣੇ ਪਰਿਵਾਰ ਲਈ ਆਪਾਂ ਇੰਸ਼ੋਰੈਂਸ ਲੈ ਲੈਂਦੇ ਸਭ ਕੁਝ ਲੈਂਦੇ ਪਰਸਨਲੀ ਆਪਣੇ ਨਹੀਂ ਲੈਂਦੇ ਕਿ ਆਪਾਂ ਸੋਚਦੇ ਕਿ ਸਾਨੂੰ ਡਿਪਾਰਟਮੈਂਟਲੀ ਮਿਲ ਜਾਂਦੀ ਹੈ ਜਾਂ ਆਪਾਂ ਕੋਈ ਕਾਰਡ ਖਰੀਦਿਆ ਜੋ ਉਹਦੇ ਤੋਂ ਮਿਲ ਗਈ ਆਪਾਂ ਆਪਣੇ ਆਪ ਨੂੰ ਪਿੱਛੇ ਰੱਖਦੇ ਡਿਊਟੀ ਇਹ ਤਾਂ ਅਸੀਂ ਇੱਕ ਦੂਜੇ ਨੂੰ ਰੋਕ ਸਕਦੇ ਆ ਵੀ ਹਾਂ ਵੀ ਕਰਾਣੀ ਪਏਗੀ। ਹਾਂਜੀ ਜੀ ਆਪਾਂ ਇੱਕ ਰੂਲ ਬਣਾ ਸਕਦੇ ਕਿ ਅਗਰ ਸਾਡੇ ਨਾਲ ਜੁੜਨਾ ਹੈ ਤੇ ਉਹਦੀ ਜਿਹੜੀ ਪਾਲਿਸੀ ਉਹਨੇ ਆਪਾਂ ਹੀ ਕਰਾਈਏ। ਇਹੀ ਚੀਜ਼ਾਂ ਔਰ ਅਗਰ ਗਰੁੱਪ ਇੰਸ਼ੋਰੈਂਸ ਕਰਵਾਉਂਦੇ ਆ ਤਾਂ ਉਹਦੀ ਜਿਹੜੀ ਕੋਸਟ ਹੈਗੀ ਉਹ ਕਿਸੇ ਨੂੰ ਵੀ ਜ਼ਿਆਦਾ ਨਹੀਂ ਪਏਗੀ। ਨਹੀਂ ਉਹ ਠੀਕ ਹੈ ਤੁਹਾਡੀ ਗੱਲ, ਪਰ ਉਹਦੇ ਵਿੱਚ ਨਾ ਸਾਨੂੰ ਫਿਰ ਇੱਕ ਜਿੱਦਾਂ ਤੁਸੀਂ ਹੁਣ ਰਜਿਸਟਰਡ ਤੁਹਾਡੀ ਸੰਸਥਾ ਹੈਗੀ ਆ ਪਰ ਉਹਦੇ ਅੰਦਰ ਫਿਰ ਰੋਲ ਦੇ ਵੀ ਹੋਣਾ ਚਾਹੀਦਾ ਸਾਰਾ ਹੋ ਜਾਵੇ ਮੇਰੇ ਮੈਂਬਰ ਸਰ ਨੈਚੁਰਲੀ ਗਰੁੱਪ ਇੰਸ਼ੋਰੈਂਸ ਇਸੇ ਕਰਕੇ ਕਹਿੰਦੇ ਉਹਦੀ ਹੋ ਅਸੀਂ ਫਿਰ ਇੱਕ ਲਿਸਟ ਲਵਾਂਗੇ ਤੁਹਾਡੇ ਕੋਲ। ਦੇਖੋ ਉਹ ਤਾਂ ਆਪਣਾ ਜੋ ਵੀ ਗਰੁੱਪ ਹੈਗਾ ਨਾ ਉਹੀ ਸਾਰਿਆਂ ਦੇ ਜੋ ਗਰੁੱਪ ਇੰਸ਼ੋਰੈਂਸ ਲਏਗਾ 200 ਬੰਦਾ 400 ਬੰਦਾ 500 ਬੰਦਾ ਕਿਉਂਕਿ ਮੈਂ ਆਲਰੇਡੀ ਆਲ ਫੀਲਡ ਜੋਬ ਕਰ ਚੁੱਕਾ ਹਾਂ। ਉਹਦਾ ਤੁਹਾਨੂੰ ਫਿਰ ਜਿਹੜਾ ਪਏਗਾ ਕੋਈ ਉਹਦਾ ਵੀ ਕੈਲਕੂਲੇਟ ਕਰਕੇ ਅਸੀਂ ਦੱਸ ਦਾਂਗੇ ਉਹ ਵੀ ਪਰਸਨ ਮਿਲ ਲਾਂਗੇ ਉਸ ਦੇ ਬਾਰੇ ਵੀ ਅਸੀਂ ਦੱਸ ਦਾਂਗੇ ਗਰੁੱਪ ਦਾ ਜਿਹੜਾ ਪ੍ਰੀਮੀਅਮ ਬੈਠਦਾ ਹੈਗਾ ਉਹ ਕਿੰਨੇ ਦਾ ਹੈ। ਪ੍ਰੀਮੀਅਮ ਘਟ ਜਾਂਦਾ ਫਿਰ ਇਹਦੇ ਨਾਲ ਕਾਫੀ ਨਹੀਂ 25 ਤੋਂ ਵੀ ਜ਼ਿਆਦਾ ਘਟ ਜਾਂਦਾ। ਹਾਂ ਕੋਈ ਨਹੀਂ ਉਹ ਵੀ ਤੁਹਾਨੂੰ ਦੱਸ ਦਵਾਂਗਾ ਕੋਈ ਨਹੀਂ ਸੈੱਟ ਜੋੜ ਜਾਏਗਾ। ਤੁਸੀਂ ਇਹਦਾ ਵੀ ਦੇਖਿਆ ਮਨ ਦਾ ਪ੍ਰਦਾਨ ਹਾਂਜੀ ਜੋ ਵੀ ਹੋਏਗਾ। ਇੱਕ ਗੱਲ ਹੋਰ ਤੁਹਾਡੇ ਕੋਲ ਕੰਪਨੀਆਂ ਕਿਹੜੀਆਂ ਵੀ ਕਿਸ ਨਾਲ ਟਾਈ ਅਪ ਹੈਗਾ ਵੀ ਜਿਹੜੇ ਤੁਹਾਡੇ ਕੰਪਨੀ ਓਰੀਐਂਟਲ ਦਾ ਵੀ ਕਰਦੇ ਆ, ਫਿਊਚਰ ਜਨਾਰੀ ਦਾ ਵੀ ਕਰਦੇ ਆ ਤੇ ਬਜਾਜ ਦਾ ਵੀ ਕਰਦੇ ਆ। ਮੇਨ ਵੈਸੇ ਜੇ ਸਰਕਾਰੀ ਕੰਪਨੀ ਉਹ ਓਰੀਐਂਟਲ ਹੀ ਹੈ। ਠੀਕ ਹੈ ਨਾ ਹਾਂ ਉਹਦੇ 'ਚ ਕੋਈ ਕਲੇਮ ਦਿੱਕਤ ਨਹੀਂ। ਫਿਰ ਜਿਹੜੀਆਂ ਪ੍ਰਾਈਵੇਟ ਹੁੰਦੀਆਂ ਸਿੱਧੇ ਤੌਰ ਤੇ ਸਿੱਧੇ ਤੌਰ ਤੇ ਮਤਲਬ ਇਹ ਐਕਸੀਡੈਂਟ ਹੋ ਗਿਆ ਤਾਂ ਮੈਨੂੰ ਉਸੇ ਵੇਲੇ ਕਲੇਮ ਨਹੀਂ ਪੇ ਕਰਨਾ ਡਾਕੂਮੈਂਟ ਪਾਸ ਕੰਪਨੀ ਨੇ ਮੇਰਾ ਕਲੇਮ ਰਿਜੈਕਟ ਕਰਤਾ ਸੀ ਜੀ। ਮਤਲਬ ਕਿ ਉਹ ਤਾਂ ਬਾਈ ਚਾਂਸ ਮੇਰੇ ਦਿਮਾਗ 'ਚ ਆਇਆ ਚਲੋ ਮੈਂ ਕਿਹਾ ਇਹਨਾਂ ਨੂੰ ਹੁਣ ਹੋਰ ਤਾਂ ਕੁਝ ਕਰ ਨਹੀਂ ਸਕਦੇ। ਫਿਰ ਮੈਂ ਜਦੋਂ ਆਰਟੀ ਪਾਈ ਮਤਲਬ ਉਹਦੇ ਵਿੱਚ ਫਿਰ ਮੈਨੂੰ ਉਹਨਾਂ ਨੇ ਕਲੇਮ ਕੀਤਾ। ਭਾਜੀ ਇਸ ਕੰਪਨੀ ਦੇ ਨਾ ਅਸੀਂ ਆਪਣੀ ਕੰਪਨੀ ਦੇ ਆਪ ਦੀ ਖਿਲਾਫ ਬੋਲ ਸਕਦੇ ਉਹਦੇ ਲਈ ਫਿਰ ਅਸੀਂ ਤੁਹਾਨੂੰ ਖੜੇ ਕਰ ਦਿੰਦੇ ਤੁਸੀਂ ਵੀ ਅੰਬਰਸਰ ਕੋਲ ਚੱਲ ਜਾਓ ਉੱਥੇ ਉਹ ਇੱਕ ਵੀ ਨਹੀਂ ਗੱਲ ਹੁੰਦੀ ਉਸੇ ਵੇਲੇ ਕਲੇਮ ਸ਼ੁਰੂ ਹੋ ਸੈਟਲ ਹੋ ਜਾਏਗਾ। ਠੀਕ ਹੈ ਮੈਂ ਇਹ ਚੀਜ਼ ਤਾਂ ਮਤਲਬ ਕਿ ਸਾਰਿਆਂ ਦੇ ਸਾਹਮਣੇ ਤਾਂ ਬਜੀ ਸਾਰਿਆਂ ਦੇ ਮਨ ਵਿੱਚ ਜੋ ਗੱਲ ਰਹੇ ਦਿਮਾਗ 'ਚ ਕਿਉਂਕਿ ਲਾਇਸੈਂਸ ਦਾ ਜਿਹੜਾ ਇਸ਼ੂ ਆ ਨਾ ਕੰਪਨੀ ਹਮੇਸ਼ਾ ਰੱਖਦੀ ਹੈ ਖਾਸ ਕਰਕੇ ਰਾਈਡਰ ਲਈ। ਲਾਇਸੈਂਸ ਦਾ ਜਿਹੜਾ ਭਾਜੀ ਹੈਗਾ ਉਹ ਆਰਟੀਏ ਨੇ ਕੀ ਰਿਕਮੈਂਡ ਕੀਤਾ, ਇੰਸ਼ੋਰੈਂਸ ਨੇ ਕੀ ਰਿਕਮੈਂਡ ਕੀਤਾ, ਕੋਡ ਨੇ ਕੀ ਹਾਲਾਂਕਿ ਮੈਂ ਉਸ ਟਾਈਮ ਜਦੋਂ ਕਲੇਮ ਕੀਤਾ ਸੀਗਾ ਕੋਈ ਗੱਡੀ 'ਚ ਨਹੀਂ ਸੀ ਮੈਂ ਮੋਟਰਸਾਈਕਲ ਤੇ ਸੀਗਾ ਕਮਰਸ਼ੀਅਲ ਮੋਟਰਸਾਈਕਲ। ਅੱਛਾ ਜੀ ਮੇਰਾ ਮੋਟਰਸਾਈਕਲ ਕਮਰਸ਼ੀਅਲ ਸੀ ਪੀਲੀ ਪਲੇਟ ਕਮਰਸ਼ੀਅਲ ਹੁੰਦਾ ਨਾ ਕਮਰਸ਼ੀਅਲ ਮੋਟਰਸਾਈਕਲ ਤੇ ਮੈਂ ਡਰਾਈਵ ਕਰ ਰਿਹਾ ਸੀ ਬਾਈ ਚਾਂਸ ਐਕਸੀਡੈਂਟ ਹੋ ਗਿਆ ਤੇ ਕੰਪਨੀ ਨੇ ਕਲੇਮ ਦੇਣ ਤੋਂ ਮਨਾ ਕਰਤਾ ਸੀ ਤੇ ਬਾਅਦ ਵਿੱਚ ਮੈਨੂੰ ਉਹਨਾਂ ਨੇ ਕਲੇਮ ਦਿੱਤਾ। ਨਹੀਂ ਜੇ ਇੰਸ਼ੋਰੈਂਸ ਠੀਕ ਹੋਈ ਹੈ ਫਿਰ ਮਨਾ ਕਰ ਸਕਦੇ ਨਹੀਂ ਉਹ ਕਹਿੰਦੇ ਤੁਸੀਂ ਲਾਇਸੈਂਸ ਨਹੀਂ ਰਹੇ ਉਹ ਵੀ ਸਰਕਾਰ ਨੇ ਜਾਂ ਗਾਈਡਲਾਈਨ ਚੇਂਜ ਕਰਤੀ ਇਹ ਕੰਪਨੀ ਨੂੰ ਫੋਲੋ ਕਰਨੀ ਪਏਗੀ। ਦੇਖੋ ਮੈਂ ਤਾਂ ਇਹ ਕਹਿੰਦਾ ਉਹਨਾਂ ਨੂੰ ਮੈਂ ਚਾਹਾਂਗਾ ਕਿ ਆਪਣੇ ਜੋ ਦੋ ਸ਼ਬਦ ਆ ਪੇਸ਼ ਕਰਨ। ਔਰ ਤੁਸੀਂ ਆ ਜਿਹੜਾ ਅੱਜ ਦੀ ਡੇਟ ਆਇਆ ਅਸੀਂ ਵਰਲਡ ਵਾਈਡ ਡੇਟ ਰੱਖ ਰਹੇ ਹਾਂ ਇਹਦੇ ਲਈ ਸਾਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਸੀ ਆਪਣੇ ਲਈ ਇਵੈਂਟ ਇਹ ਦੇਖੋ ਕੋਈ ਵੀ ਬੰਦਾ ਜੇ ਚਾਹੁੰਦਾ ਹੈ ਤਾਂ ਉਹ ਆਪਣੇ ਆਪ ਮਤਲਬ ਕਾਮਯਾਬ ਹੋਣ ਲਈ ਇੱਕ ਬੰਦੇ ਨੂੰ ਸਿਰਫ ਇੱਕ ਤੁਰਨਾ ਪੈਂਦਾ ਹੈ। ਜੇ ਉਹ 2 ਕਦਮ ਤੁਰਦਾ 4 ਕਦਮ ਦੇ ਨਾਲ ਬੰਦੇ ਆਪ ਤੁਰ ਪੈਂਦੇ ਸਿਰਫ ਪੂਰਾ ਹੋਣਾ ਪੈਂਦਾ ਜੀ। ਜਿਹੜੇ ਹੁਣ ਪ੍ਰਧਾਨ ਸਾਹਿਬ ਸਾਹਿਬ ਨੇ ਇੰਨੀ ਮਿਹਨਤ ਕਰਕੇ ਤੁਹਾਨੂੰ ਇੱਥੇ ਤੱਕ ਲੈ ਕੇ ਆਏ ਆ ਮੈਂ ਚਾਹੁੰਦਾ ਵੀ ਦੇਖੋ ਅੱਗੇ ਜਿਸ ਤਰ੍ਹਾਂ ਆਪਾਂ ਇੱਥੇ ਕੱਟ ਦੇਖਦੇ ਆ ਇਹ ਕੱਟ ਹੋਰ ਜ਼ਿਆਦਾ ਵਧੇ ਵੀ ਆਪਾਂ ਨੂੰ ਦੇਖਣ ਨੂੰ ਮਿਲੇ ਕਿਉਂਕਿ ਜਿਹੜੇ ਬੰਦੇ ਜਿੰਨੇ ਵੀ ਆਏ ਹੋਏ ਆ ਇਹਨਾਂ ਨੂੰ ਉਤਸ਼ਾਹਿਤ ਹੋਵੇ। ਤਾਂ ਮੈਂ ਆਪਣੀ ਮੈਂ ਆਇਆ ਆਪਣੀ ਸੁਸਾਇਟੀ ਵੱਲੋਂ ਆਇਆ ਮੈਂ ਪੀਜੇ ਸੁਣਿਆ ਮੈਂ ਇਹਨਾਂ ਨੂੰ ਦੱਸ ਦੇਣਾ ਚਾਹੁੰਦਾ
ਸਾਡੀ ਫਰੈਂਡਸ ਫੋਰਐਵਰ ਵੈਲਫੇਅਰ ਸੁਸਾਇਟੀ ਬਣੀ ਹੋਈ ਹੈ ਖਰੜ ਦੇ ਵਿੱਚ ਰਜਿਸਟਰਡ। ਅਸੀਂ 7 ਸਾਲ ਪਹਿਲਾਂ ਰਜਿਸਟਰਡ ਮਤਲਬ ਸੁਸਾਇਟੀ ਬਣਾਈ ਸੀ। ਸਾਡਾ ਕੀ ਪਰਪਸ ਸੀ, ਅਸੀਂ ਮਤਲਬ ਕਾਲਜ ਸਕੂਲ ਦੇ ਬੱਚੇ ਸੀ, ਅਸੀਂ ਉੱਥੇ ਇਕੱਠੇ ਹੋਏ। ਸਾਡਾ ਇੱਕ ਮੁੰਡਾ ਲੜਕਾ ਬਾਹਰ ਹੋਇਆ ਕਿਉਂਕਿ ਅਸੀਂ ਬੈਠ ਕੇ ਰਾਤ ਨੂੰ ਡਿਨਰ ਮਤਲਬ ਇਕੱਠਿਆਂ ਨੇ ਸਪੈਂਡ ਕਰਿਆ। ਅਸੀਂ ਦੂਜੇ ਦਿਨ ਅਸੀਂ ਸਾਰਿਆਂ ਨੇ ਕਹਿ ਲਿਆ ਵੀ ਸਕੂਲ 'ਚ ਚੱਲਦੇ ਹਾਂ, ਟੀਚਰਾਂ ਨੂੰ ਮਿਲ ਕੇ ਆਉਂਦੇ ਹਾਂ। ਮੈਂ ਸਿਰਫ ਤੁਹਾਨੂੰ ਜਸਟ ਐਗਜ਼ਾਮਪਲ ਦੇਣੀ ਚਾਹੁੰਦਾ ਕਿ ਕਿਸ ਤਰ੍ਹਾਂ ਇੱਕ ਸੁਸਾਇਟੀ ਅੱਗੇ ਵੱਧ ਸਕਦੀ ਹੈ। ਅਸੀਂ ਸਕੂਲ 'ਚ ਚਲੇ ਗਏ, ਅਸੀਂ ਟੀਚਰਾਂ ਨੂੰ ਮਿਲੇ ਉੱਥੇ। ਟੀਚਰ ਕਹਿੰਦੇ ਯਾਰ ਤੁਸੀਂ ਇਕੱਠੇ ਤਾਂ ਹੋ ਗਏ, ਤੁਸੀਂ ਕਿਉਂ ਨਹੀਂ ਸੁਸਾਇਟੀ ਲਈ ਕੰਮ ਕਰਦੇ? ਅਸੀਂ ਕਿਹਾ ਵੀ ਚਲੋ ਕੋਈ ਗੱਲ ਨਹੀਂ, ਵੀ ਅਸੀਂ 10 ਬੰਦੇ ਕੀ ਕੰਮ ਕਰੂਗੇ? ਕਹਿੰਦੇ ਨਹੀਂ ਯਾਰ, ਕਾਰਵਾ ਜਦ ਤੁਸੀਂ ਚੱਲਦਾ ਹੈ ਤਾਂ ਉਹ ਵੱਧਦਾ ਚਲੇ ਜਾਂਦਾ ਹੈ। ਅਸੀਂ 10 ਬੰਦੇ ਉਸ ਸਮੇਂ 7 ਸਾਲ ਪਹਿਲਾਂ ਅਸੀਂ 10 ਬੰਦੇ ਇਕੱਠੇ ਹੋਏ ਸੀ, ਸੁਸਾਇਟੀ ਰਜਿਸਟਰ ਕਰਾ ਲਈ। ਹੌਲੀ ਹੌਲੀ ਅਸੀਂ ਆਪਣੇ ਈਵੈਂਟ ਚਾਲੂ ਕਰੇ। ਅੱਜ ਡੇਟ ਦੇ ਵਿੱਚ ਸਾਡਾ 16 ਬਲੱਡ ਡੋਨੇਸ਼ਨ ਕੈਂਪ ਅਸੀਂ ਆਰਗੇਨਾਈਜ਼ ਕਰਵਾ ਚੁੱਕੇ ਹਾਂ ਪੀਜੀ ਦੇ ਹੈਲਪ ਦੇ ਨਾਲ। ਇਹ 7 ਅੱਖਾਂ ਦੇ ਕੈਂਪ ਅਸੀਂ ਲਗਾ ਚੁੱਕੇ ਹਾਂ ਸੁਸਾਇਟੀ ਦੇ ਮਤਲਬ ਗਰੇਆਮ ਹਸਪੀਟਲ ਦੇ ਨਾਲ ਮਿਲ ਕੇ, ਜਿਹਦੇ ਵਿੱਚ ਅਸੀਂ ਅੱਖਾਂ ਦੇ ਕੈਂਪ ਦੇ ਵਿੱਚ ਅਸੀਂ ਫ੍ਰੀ ਐਨਕਾਂ ਪ੍ਰੋਵਾਈਡ ਕਰਵਾਉਣੀਆਂ। ਅੱਖਾਂ ਦਾ ਚੈੱਕਅਪ ਫ੍ਰੀ ਹੁੰਦਾ ਹੈ ਅਤੇ ਉਹਨਾਂ ਦੇ ਵਿੱਚ ਜਿਹੜੇ ਵੀ ਆਪਣੇ ਕੈਟਰੈਕਟ ਪੇਸ਼ੈਂਟ ਪਾਏ ਜਾਂਦੇ ਉਹਨਾਂ ਦੇ ਅਸੀਂ ਆਪਰੇਸ਼ਨ ਫ੍ਰੀ ਕਰਵਾਉਂਦੇ ਹਾਂ। ਉਹਨਾਂ ਦੇ ਮਤਲਬ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਉਹਨਾਂ ਦਾ ਵੀ ਖਰਚਾ ਵੀ ਜੋ ਪੂਅਰ ਪੇਸ਼ੈਂਟ ਹੈ ਉਹ ਲਿਜਾਣ ਜਾਣ ਦਾ ਵੀ ਖਰਚਾ ਸੁਸਾਇਟੀ ਚੱਕਦੀ ਹੈ ਸਾਡੀ। ਉਹ ਸਾਡੀ ਸੁਸਾਇਟੀ ਕੋਈ ਐਡੀ ਬੜੀ ਸੁਸਾਇਟੀ ਨਹੀਂ ਹੈ। ਅਸੀਂ ਜਿੰਨੇ ਵੀ ਸਾਡੇ ਸੁਸਾਇਟੀ ਦੇ ਵਿੱਚ ਰਜਿਸਟਰਡ ਬੰਦੇ ਆ ਉਹ ਸਾਰੇ ਨੌਕਰੀ ਪੇਸ਼ਾ। ਮੈਂ ਵੀ ਇੱਥੇ ਨੌਨ ਫੇਸ ਇੰਡਸਟਰੀ ਦੇ ਵਿੱਚ ਕੰਮ ਕਰਦਾ ਹਾਂ। ਅਸੀਂ ਮਤਲਬ ਕੁਛ ਟਾਈਮ ਮਤਲਬ ਕੋਸ਼ਿਸ਼ ਹੁੰਦੀ ਹੈ ਸਾਡੀ ਸੰਡੇ ਅਸੀਂ ਆਪਣਾ ਪ੍ਰੋਗਰਾਮ ਕੋਈ ਨਾ ਕੁਝ ਲਿਖੀਏ। ਇਸ ਤਰ੍ਹਾਂ ਹੀ ਮਤਲਬ ਉਸ ਨੂੰ ਅਸੀਂ ਸੰਡੇ ਨੂੰ ਇਕੱਠੇ ਕਰਦੇ ਅਸੀਂ ਆਪਣੇ ਪ੍ਰੋਗਰਾਮ ਉਲੀਕਦੇ ਹਾਂ। ਸਾਡੇ ਸਾਰੇ ਸੁਸਾਇਟੀ ਦੇ ਬੰਦੇ ਕੰਮਕਾਰ ਵਾਲੇ ਆ। ਮੈਂ ਸਿਰਫ ਤੁਹਾਨੂੰ ਇਹ ਦੱਸਣਾ ਚਾਹੁੰਦਾ, ਕੰਮਕਾਰ ਦੇ ਨਾਲ ਤੁਸੀਂ ਆਪਣੀ ਜਿਹੜੀ ਸਾਰੀ ਸੁਸਾਇਟੀ ਹੈ ਇਹਦੇ ਨਾਲ ਤੁਸੀਂ ਵੈਲਫੇਅਰ ਦੇ ਕੰਮ ਵੀ ਉਲੀਕੋ। ਤੁਹਾਡੇ ਵਾਸਤੇ ਤਾਂ ਬਹੁਤ ਬੜੇ ਮੋਟਿਵ ਹੈ। ਜਿਹੜੇ ਬੰਦੇ ਵਿਚਾਰੇ ਐਕਸੀਡੈਂਟ ਹੋਣੇ ਨੇ ਉਹਨਾਂ ਨੂੰ ਹਸਪੀਟਲ ਦੇ ਵਿੱਚ ਇਲਾਜ ਕਰਾਉਣਾ, ਠੀਕ ਹੈ, ਉਹਨਾਂ ਦੇ ਫਿਰ ਇਲਾਜ ਦੇ ਬਾਅਦ ਉਹਨਾਂ ਦੀ ਇੰਸ਼ੋਰੈਂਸ ਕਲੇਮ ਕਰਨੀ। ਆ ਜਿਹੜੇ ਤੁਹਾਡੇ ਇੰਸ਼ੋਰੈਂਸ ਪਰਸਨ ਆਏ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ। ਤੁਹਾਨੂੰ ਬਹੁਤ ਤਰੀਕੇ ਨਾਲ ਵਧੀਆ ਤਰੀਕੇ ਨਾਲ ਉਹਨਾਂ ਨੇ ਗਾਈਡ ਕਰਿਆ। ਬਾਕੀ ਤੁਹਾਨੂੰ ਫਿਊਚਰ ਦੇ ਵਿੱਚ ਵੀ ਉਹ ਤੁਹਾਨੂੰ ਦੱਸ ਦੂਗੇ। ਮੈਂ ਉਹਨਾਂ ਨੂੰ ਸਿਰਫ ਇੱਕ ਗੁਜ਼ਾਰਿਸ਼ ਕਰਨਾ ਚਾਹੁੰਦਾ ਵੀ ਦੇਖੋ ਜੋ ਬੰਦਾ ਵੀ ਕੋਈ ਵੀ ਬੰਦਾ ਐਕਸੀਡੈਂਟ ਹੁੰਦਾ ਹੈ, ਸਿਰਫ ਦੇਖੋ ਐਕਸੀਡੈਂਟ ਹੋ ਗਿਆ ਉਹਦਾ ਐਕਸੀਡੈਂਟ ਦਾ ਖਰਚਾ ਨਹੀਂ, ਕਮ ਸੇ ਕਮ ਜਿਹੜੀ ਉਹਦੀ ਇਨਕਮ ਹੈ ਉਹ ਬਹੁਤ ਜ਼ਰੂਰੀ ਵੀ ਹੈ। ਵੀ ਜੇ ਉਹਦੇ ਨਾਲ ਐਕਸੀਡੈਂਟ ਦੇ ਨਾਲ ਉਹਦੀ ਜਿਹੜੀ ਵੇਜਿਸ ਹੈ ਜੋ ਸਾਹਿਲ ਸਾਹਿਬ ਗੱਲ ਕਰ ਰਹੇ ਸੀ ਉਹ ਅਗਰ ਉਹਨੂੰ ਮਿਲ ਜੇ, ਕਿਉਂਕਿ ਉਹ ਜਿਹੜਾ ਬੰਦਾ ਵੀ ਐਮਪਲਾਈ ਕੰਮ ਕਰ ਰਿਹਾ ਹੁੰਦਾ ਹੈ ਉਹਦੇ ਮਤਲਬ ਜਦੋਂ ਐਕਸੀਡੈਂਟ ਹੋ ਜਾਂਦਾ ਉਹ ਬੈੱਡ 'ਤੇ ਹੋ ਜਾਂਦਾ, ਉਹਦੇ ਘਰ ਦੀ ਐਕਸਪੈਂਸਿਸ ਤਾਂ ਬੰਦੇ ਹੋ ਜਾਂਦੇ ਆ। ਇੱਕ ਪਾਸੇ ਤਾਂ ਆਪਣੇ ਇਲਾਜ ਲਈ ਖਰਚਾ ਕਰ ਰਿਹਾ, ਦੂਜੇ ਪਾਸੇ ਦੇ ਘਰ ਦੇ ਐਕਸਪੈਂਸਿਸ ਵੀ ਆਉਂਦੇ ਨੇ। ਅਸੀਂ ਚਾਹੁੰਦੇ ਹਾਂ, ਮੈਂ ਇਹਨਾਂ ਦੇ ਇੰਸ਼ੋਰੈਂਸ ਵਾਲਿਆਂ ਤੋਂ ਸਿਰਫ ਇਹੀ ਗੁਜ਼ਾਰਿਸ਼ ਕਰਨਾ ਚਾਹੁੰਦਾ ਵੀ ਉਹ ਥੋੜ੍ਹੀ ਜਿਹੀ ਜਿਹੜੀ ਇਹਦੇ ਮੰਥਲੀ ਮਤਲਬ ਡੇਲੀ ਐਕਸਪੈਂਸਿਸ ਹੈ ਉਹਨਾਂ ਨੂੰ ਵੀ ਕਵਰ ਕਰਿਆ ਜਾਵੇ। ਬਾਕੀ ਤੁਹਾਨੂੰ ਸਫਾਈ ਸਾਹਿਬ ਨੂੰ ਆਪਣੇ ਕੁਲਵਿੰਦਰ ਜੀ ਨੂੰ ਤੁਹਾਨੂੰ ਧੰਨਵਾਦ ਦੇਣਾ ਚਾਹੁੰਦਾ ਜਿਹੜੇ ਤੁਹਾਨੂੰ ਇੰਨੇ ਅੱਗੇ ਲੈ ਕੇ ਆਏ। ਬਾਕੀ ਦੇਖੋ ਜੋ ਵੀ ਇਵੈਂਟ ਤੁਹਾਨੂੰ ਆਰਗੇਨਾਈਜ਼ ਮਤਲਬ ਲਿਖੋਗੇ ਤੁਸੀਂ ਕੋਸ਼ਿਸ਼ ਕਰੋ ਇਹਦੇ ਨਾਲ ਖੜੋ, ਕਿਉਂਕਿ ਇੱਕ ਦੇ ਨਾਲ 10 ਬੰਦੇ ਜੁੜਦੇ ਆ ਤਾਂ ਉਹ ਆਟੋਮੈਟਿਕਲੀ ਘੱਟ ਹੋ ਜਾਂਦਾ ਹੈ। बाकी धन्यवाद करना ये मान के चले कि हम उनके विरोधी हैं, वो ये मान के चले हम उनके भाई हैं। कुछ हमारे नौजवान साथी जो है भड़क जाते हैं छोटी छोटी बातों में, हमारा वीडियो बन गया, हमारा ये बन गया, हमारा बन गया, इससे बचो। व्हाट्सएप पर जमीन पर ऐसी चीज़ों से बचे। कुछ शरारती तत्व होते हैं जिवें तुसीं पार्किंग दे विच जांदे हो सवारी नूं लैण वास्ते छड्डण वास्ते तां 10 मिनट दा तुहाडा पिक एंड ड्रॉप दा आल पार्किंग दा फ्री है। दोस्तों पार्किंग मशीन नहीं देनी, पैसा नहीं लेना। पार्किंग तुहानूं सुप्रीम कोर्ट दा ऑर्डर है, पार्किंग फ्री है। जिवें 26 सेक्टर दी पार्किंग हाई कोर्ट ने डिसमिस कीती है, वो बड़ा धक्का करदे सीगे। पार्किंग गड्डियां वाला तो या मोटरसाइकिल वाला होवे किन्ने पैसे लैंदे सीगे। साडी लड़ाई असली मेल ना सरकार नाल ते ना साडी असली लड़ाई कंपनियां नाल है, ठीक है ना। क्योंकि कंपनियां दा जेड़ा सिस्टम ढांचा ही है साडे नाल जुड़िया वा वो कमीशन बेसिस है। हर लोकेशन ਦੇ 5-5 ਬੰਦੇ ਰੱਖਦੇ ਆ ਜਿਹੜੇ ਬੰਦੇ ਲੋਕਾਂ ਦੀ ਹੈਲਪ ਕਰਨ ਰਾਤ ਐਕਸੀਡੈਂਟ ਹੁੰਦਾ ਤੁਸੀਂ ਨਹੀਂ ਆ ਪਾਓਗੇ। ਕਹਿੰਦੇ ਅਸੀਂ ਨਹੀਂ ਇਹ ਕਰ ਦੇਵਾਂਗੇ ਸਾਡੇ ਬੰਦੇ ਕਰ ਲੈ ਇਹ ਕਰ ਲੈ। ਅੱਜ ਅਸੀਂ ਖੁਦ ਰਾਈਡਰ ਨੂੰ ਕਰਕੇ ਆਉਂਦੇ ਆ, ਰਾਈਡਰ ਹਸਪੀਟਲ ਨੂੰ ਜਾਂਦੇ ਆ। ਜੇ ਜਿਹੜੀ ਕੰਪਨੀ ਵਾਲੇ ਕਹਿੰਦੇ ਸੀ ਸਾਡੇ ਕੋਲ ਟਾਈਮ ਨਹੀਂ ਹੈਗਾ ਆਪੇ ਕਰੋ, ਅੱਜ ਕੰਪਨੀ ਖੁਦ ਕਹਿ ਰਹੀ ਹੈ ਕਿ ਯੂਨੀਅਨ ਨਾ ਜਾ ਕੇ ਸਾਡੇ ਬਣਾਓ।
ਇਹ ਹੁੰਦੀ ਕੰਮ ਅੱਜ ਦਾ ਦਿਨ ਆਪਾਂ ਤੈਅ ਇੱਕ ਵਾਰੀ ਨਾਰਾ ਜ਼ਰੂਰ ਲਾ ਦਿਓ ਰਾਈਡਰ ਯੂਨੀਅਨ ਜਿੰਦਾਬਾਦ ਰਾਈਡਰ